1563 ਈਸਵੀ 15 ਅਪ੍ਰੈਲ ਗੋਇੰਦਵਾਲ ਸਾਹਿਬ ਵਿਖੇ ਸਤਿਕਾਰਯੋਗ ਬੀਬੀ ਭਾਨੀ ਜੀ ਅਤੇ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਹੋਇਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਗਮਨ ਸੰਬੰਧੀ ਭੱਟ ਸਾਹਿਬਾਨਾਂ ਨੇ ਬੜੇ ਪਿਆਰੇ ਸ਼ਬਦ ਕਹੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਬਾਰੇ ਉਹ ਕਹਿੰਦੇ ਨੇ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਐ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਤੁਸੀਂ ਜਨਮ ਤੋਂ ਹੀ ਉਸ ਬ੍ਰਹਮ ਨੂੰ, ਪਰਮਾਤਮਾ ਨੂੰ ਪਹਿਚਾਨ ਲਿਆ ਹੈ। ਤੁਸੀਂ ਜਨਮ ਤੋਂ ਹੀ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਬਚਪਨ ਤੋਂ ਜਾਣ ਲਿਆ। ਉਹਦਾ ਕਾਰਨ ਕੀ ਸੀ? ਕਾਰਨ ਇਹ ਸੀ, ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਅੰਗਦ ਦੇਵ ਜੀ ਆਉਂਦੇ ਨੇ ਤੇ ਸਾਧ ਸੰਗਤ ਜੀ ਉਸ ਵੇਲੇ ਉਹਨਾਂ ਦੀ ਕਾਫੀ ਉਮਰ ਹੋ ਚੁੱਕੀ ਹੈ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ ਦੀ ਚਰਨ ਸ਼ਰਨ ਵਿੱਚ ਆਉਂਦੇ ਹੈ, ਉਹ ਵੀ ਲਗਭਗ 62 ਸਾਲ ਦੀ ਉਮਰ ਹੋ ਚੁੱਕੀ ਹੈ। ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅਮਰਦਾਸ ਦੀ ਚਰਨ ਸ਼ਰਨ ਵਿੱਚ ਆਉਂਦੇ ਹੈ, ਤਕਰੀਬਨ ਉਦੋਂ ਵੀ ਉਹਨਾਂ ਦੀ ਉਮਰ 9 ਸਾਲ ਦੀ ਹੋ ਚੁੱਕੀ ਹੈ। ਪਰ ਗੁਰੂ ਅਰਜਨ ਦੇਵ ਜੀ ਦੇ ਬਾਰੇ ਇਸ ਕਰਕੇ ਕਿਹਾ ਕਿਉਂਕਿ ਕਹਿਣ ਲੱਗੇ, ਤੁਸੀਂ ਜੰਮਦਿਆਂ ਸਾਰ ਹੀ ਨਾਨਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੋਦ ਦਾ ਨਿੱਘ ਮਾਣਿਆ। ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਮੌਜੂਦ ਨੇ। ਤੁਸੀਂ ਜੰਮਦੇ ਹੀ ਆਪਣੇ ਨਾਨਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੋਦ ਦਾ ਨਿੱਘ ਮਾਣਿਆ ਤੇ 11 ਸਾਲ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨਾਨਾ ਗੁਰੂ ਦੇ ਕੋਲੋਂ ਬਹੁਤ ਕੁਝ ਸਿੱਖ ਲਿਆ। ਆਪ ਜੀ ਜਾਣਦੇ ਕਿ 11 ਸਾਲ ਦਾ ਬੱਚਾ ਛੋਟਾ ਨਹੀਂ ਹੁੰਦਾ, ਬਹੁਤ ਕੁਝ ਨੂੰ ਸਮਝ ਆ ਜਾਂਦੀ ਹੈ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗੇ ਹਾਂ, ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸਮਾਂ ਆਇਆ ਸਾਧ ਸੰਗਤ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਚੋਣ ਕੀਤੀ ਕਿ ਇਸ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਕੌਣ ਸੰਭਾਲ ਸਕਦਾ। ਕਿਉਂਕਿ ਗੁਰੂ ਰਾਮਦਾਸ ਮਹਾਰਾਜ 3 ਪੁੱਤਰ ਨੇ, ਵੱਡੇ ਬਾਬਾ ਪ੍ਰਿਥੀ ਚੰਦ ਨੇ, ਛੋਟੇ ਮਹਾਦੇਵ ਤੇ ਸਭ ਤੋਂ ਛੋਟੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ। ਜ਼ਿੰਮੇਵਾਰੀ ਨੂੰ ਕੌਣ ਸੰਭਾਲ ਸਕਦਾ ਹੈ? ਬਾਬਾ ਪ੍ਰਿਥੀ ਚੰਦ ਦੇ ਬਾਰੇ ਇਹ ਹੈ ਕਿ ਉਹ ਸਿਆਣਾ ਬਹੁਤ ਹੈ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਦੁਨਿਆਵੀ ਕੰਮਾਂ ਦੇ ਵਿੱਚ ਬਹੁਤ ਸਿਆਣਾ ਹੈ, ਦੁਨਿਆਵੀ ਕੰਮਕਾਰ ਸੰਭਾਲਣ ਦੇ ਵਿੱਚ ਬੜਾ ਉਹ ਸਾਧ ਸੰਗਤ ਜੀ ਉਹ ਕਹਿ ਲਓ ਕਿ ਚਤੁਰ ਬੁੱਧੀ ਦਾ ਮਾਲਕ ਹੈ ਇਸ ਪੱਖ ਤੋਂ। ਪਰ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀ ਸੰਭਾਲਣ ਵਾਲੀ ਜ਼ਿੰਮੇਵਾਰੀ ਹੈ, ਉਹ ਵੇਖ ਲਿਆ ਗੁਰੂ ਅਰਜਨ ਦੇਵ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾ ਨਹੀਂ ਸਕਦਾ। ਕਦੇ ਕਦੇ ਬਾਬਾ ਪ੍ਰਿਥੀ ਚੰਦ ਜੀ ਗੁਰੂ ਰਾਮਦਾਸ ਮਹਾਰਾਜ ਜੀ ਪਿਤਾ ਦੇ ਨਾਲ ਖਰਬਾ ਵੀ ਬੋਲ ਪੈਂਦੇ ਸਨ। ਕਦੇ ਕਦੇ ਬਾਬਾ ਪ੍ਰਿਥੀ ਚੰਦ ਜੀ ਉੱਚਾ ਵੀ ਬੋਲਦੇ ਸਨ। ਕਦੇ ਕਦੇ ਬਾਬਾ ਪ੍ਰਿਥੀ ਚੰਦ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨਾਂ ਦੀ ਜਿਉਂ ਕਹਿ ਲਓ ਜੋ ਹੁਕਮ ਕਰਦੇ ਸੀ ਉਹਦੀ ਪਾਲਣਾ ਵੀ ਨਹੀਂ ਸੀ ਕਰਦਾ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ 1200 ਅੰਗ ਦੇ ਉੱਤੇ ਸਾਧ ਸੰਗਤ ਜੀ ਇੱਕ ਸ਼ਬਦ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿਹੜਾ ਇਸ ਗੱਲ ਦੀ ਗਵਾਹੀ ਭਰਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਕਾਹੇ ਪੂਤ ਹਉ ਝਗਰਤ ਸੰਗ ਬਾਪ ਜਿਨ ਕੇ ਜਣੇ ਬਢੀਰੇ ਤੁਮ ਹੋ ਤਿਲ ਸੋ ਝਗਰਤ ਪਾਪ। ਐ ਬੇਟਾ ਆਪਣੇ ਪਿਤਾ ਦੇ ਸਾਹਮਣੇ ਬੋਲੀਦਾ ਨਹੀਂ, ਮਾਤਾ ਦੇ ਸਾਹਮਣੇ ਬੋਲੀਦਾ ਨਹੀਂ। ਆਪਣੇ ਮਾਤਾ ਪਿਤਾ ਦੇ ਸਾਹਮਣੇ ਬੋਲਣਾ ਇਹੋ ਕਹਿ ਲਓ ਕਿ ਬਹੁਤ ਵੱਡਾ ਪਾਪ ਹੈ। ਇਹ ਗੁਰੂ ਰਾਮਦਾਸ ਮਹਾਰਾਜ ਜੀ ਕੇਵਲ ਬਾਬਾ ਪ੍ਰਿਥੀ ਚੰਦ ਨੂੰ ਨਹੀਂ ਕਹਿ ਰਹੇ, ਇਹ ਸਮੁੱਚੇ ਸੰਸਾਰ ਨੂੰ ਸਿੱਖਿਆ ਹੈ ਕਿ ਉਹ ਜਿਸ ਮਾਂ ਬਾਪ ਨੇ ਪਾਲਿਆ ਪੋਸ਼ਿਆ ਹੈ ਉਸ ਮਾਂ ਬਾਪ ਦੇ ਅੱਗੇ ਕਦੇ ਵੀ ਬੋਲਣਾ ਨਹੀਂ। ਇਹ ਸਮੁੱਚੇ ਸੰਸਾਰ ਵਾਸਤੇ ਗੁਰੂ ਮਹਾਰਾਜ ਦਾ ਸ਼ਬਦ ਹੈ। ਖੈਰ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜੋਗ ਜਾਣ ਕੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੌਂਪ ਦਿੱਤੀ। ਕਿਉਂਕਿ ਆਪਾਂ ਸ਼ਹੀਦੀ ਵਾਲਾ ਪੱਖ ਜ਼ਿਆਦਾ ਵਿਚਾਰਨਾ, ਅਸੀਂ ਅੱਜ ਉਹਨਾਂ ਦਾ ਸ਼ਹਾਦਤ ਦਿਹਾੜਾ ਮਨਾ ਰਹੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਸ ਵੇਲੇ ਗੁਰਤਾ ਗੱਦੀ ਸੰਭਾਲੀ ਹੈ ਤੇ ਸਾਧ ਸੰਗਤ ਜੀ ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਸਾਉਣਾ ਸ਼ੁਰੂ ਕਰ ਦਿੱਤਾ ਸੀ। ਅੰਮ੍ਰਿਤਸਰ ਸਰੋਵਰ ਵੀ ਗੁਰੂ ਰਾਮਦਾਸ ਮਹਾਰਾਜ ਨੇ ਲਗਭਗ ਤਿਆਰ ਹੋਣ ਦੇ ਕੰਢੇ ਤੇ ਸੀ, ਪਰ ਪੂਰਾ ਤਿਆਰ ਨਹੀਂ ਸੀ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਧ ਸੰਗਤ ਜੀ ਉਹ ਅੰਮ੍ਰਿਤਸਰ ਸਰੋਵਰ ਜਿਹੜਾ ਸੀ ਉਸ ਨੂੰ ਮੁਕੰਮਲ ਕੀਤਾ। ਉਸ ਅੰਮ੍ਰਿਤਸਰ ਸਰੋਵਰ ਦੇ ਵਿੱਚ ਸਾਧ ਸੰਗਤ ਜੀ ਹਰਿਮੰਦਰ ਸਾਹਿਬ, ਉਸ ਨੂੰ ਸਾਧ ਸੰਗਤ ਜੀ ਸਾਈਂ ਮੀਆਂ ਮੀਰ ਦੇ ਕੋਲੋਂ ਨੀਂਹ ਰਖਾ ਕੇ ਉਹਦੀ ਸੰਪੂਰਨਤਾ ਕੀਤੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕਾਰਜ ਤਾਂ ਉਹਨਾਂ ਦੇ ਬਹੁਤ ਜ਼ਿਆਦੇ ਨੇ, ਪਰ ਇਹ ਜਿਹੜਾ ਅਹਿਮ ਵੱਡਾ ਕਾਰਜ ਸੀ ਉਹ ਸੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ। ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਗੱਲ ਕਰਾਂਗੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਵਾਲਾ ਇਹ ਜਿਹੜਾ ਕਾਰਜ ਸੰਪਾਦਨਾ ਵਾਲਾ ਹੈ, ਇਹ ਜ਼ਰੂਰ ਵਾਚਣਾ ਪਏਗਾ ਕਿਉਂਕਿ ਇੱਥੇ ਕਿਤੇ ਨਾ ਕਿਤੇ ਕੜੀ ਜਾ ਕੇ ਜੁੜਨੀ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਲੱਗੇ, ਭਾਈ ਗੁਰਦਾਸ ਜੀ ਦੀ ਚੋਣ ਕੀਤੀ, ਬਾਬਾ ਬੁੱਢਾ ਸਾਹਿਬ ਜੀ ਦੀ ਚੋਣ ਕੀਤੀ ਕਿ ਉਹ ਇਸ ਕਾਰਜ ਦੇ ਵਿੱਚ ਸਹਿਯੋਗ ਦੇਣਗੇ। ਲਖਾਰੀ ਨੇ ਭਾਈ ਗੁਰਦਾਸ ਜੀ
ਨਿਗਰਾਨੀ ਕਰਦੇ ਨੇ ਬਾਬਾ ਬੁੱਢਾ ਸਾਹਿਬ ਜੀ ਨਾਲ। ਹੋਰ ਗੁਰੂ ਕੇ ਸਿੱਖ ਨੇ ਜਿਸ ਤੰਬੂ ਦੇ ਵਿੱਚ ਇਹ ਸਾਰਾ ਕਾਰਜ ਹੋ ਰਿਹਾ ਅੰਮ੍ਰਿਤਸਰ ਸਾਹਿਬ ਨਾਮ ਰਾਮਸਰ ਸਰੋਵਰ ਦੇ ਕੰਢੇ ਤੇ, ਉੱਥੇ ਬਾਕੀ ਸਿੱਖਾਂ ਦੀ ਵੀ ਜ਼ਿੰਮੇਵਾਰੀ ਹੈ। ਭਾਈ ਗੁਰਦਾਸ ਜੀ ਲਖਾਰੀ ਨੇ ਲਿਖਦੇ ਪਏ ਨੇ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਆਪਣੇ ਤੱਕ ਜਿੰਨੀ ਬਾਣੀ ਸੀ ਤੇ ਗੁਰੂ ਸਾਹਿਬ ਵੱਲੋਂ ਇਕੱਤਰ ਕੀਤੀ ਭਗਤਾਂ ਦੀ ਸਾਰੀ ਬਾਣੀ ਜਿਹੜੀ ਸੀ ਉਸ ਦੀ ਸੰਪਾਦਨਾ ਹੋਣ ਲੱਗੀ ਹੈ। ਪਤਾ ਚੱਲਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਗ੍ਰੰਥ ਤਿਆਰ ਕਰ ਰਹੇ ਨੇ। ਲਾਹੌਰ ਤੋਂ ਚੱਲ ਕੇ 4 ਭਗਤ ਆਉਂਦੇ ਨੇ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਨਾਲ ਇਹ ਗੱਲ ਜੁੜਨੀ ਹੈ। ਉਹ 4 ਭਗਤ ਆਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੇ, ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਸਾਨੂੰ ਪਤਾ ਲੱਗਿਆ ਕਿ ਤੁਸੀਂ ਇਹ ਗ੍ਰੰਥ ਤਿਆਰ ਕਰ ਰਹੇ ਹੋ। ਜਿਹੜੇ ਭਗਤ ਹੋ ਚੁੱਕੇ ਨੇ ਪਹਿਲਾਂ, ਜਿਹੜੇ ਸੰਸਾਰ ਤੇ ਹੁਣ ਸਰੀਰਕ ਤੌਰ ਤੇ ਨਹੀਂ, ਸਾਨੂੰ ਪਤਾ ਲੱਗਿਆ ਵੀ ਉਹਨਾਂ ਦੀ ਬਾਣੀ ਵੀ ਇਸ ਗ੍ਰੰਥ ਵਿੱਚ ਦਰਜ ਕੀਤੀ ਜਾ ਰਹੀ ਹੈ। ਅਸੀਂ ਤਾਂ ਜਿਉਂਦੇ ਜਾਗਦੇ ਭਗਤ ਹਾਂ, ਸਾਡੀ ਬਾਣੀ ਵੀ ਇਸ ਗ੍ਰੰਥ ਵਿੱਚ ਦਰਜ ਕੀਤੀ ਜਾਵੇ। ਧਿਆਨ ਰੱਖੋ ਸਾਧ ਸੰਗਤ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਲੱਗੇ ਗੱਲ ਠੀਕ ਹੈ ਕਿ ਇਸ ਗ੍ਰੰਥ ਦੇ ਵਿੱਚ ਬਾਣੀ ਲਿਖਣ ਲੱਗਿਆ ਕੋਈ ਜਾਤ ਦਾ, ਕੋਈ ਪਾਤ ਦਾ, ਕੋਈ ਮਜ਼ਹਬ ਦਾ, ਕੋਈ ਧਰਮ ਦਾ, ਇਲਾਕੇ ਦਾ, ਬੋਲੀ ਦਾ ਕੋਈ ਵਿਤਕਰਾ ਨਹੀਂ, ਕੋਈ ਊਚ ਨੀਚਤਾ ਦੀ ਗੱਲ ਨਹੀਂ, ਇੱਥੇ ਕਿਸੇ ਧਰਮ ਮਜ਼ਹਬ ਦੀ ਗੱਲ ਕੋਈ ਨਹੀਂ। ਇਸ ਗ੍ਰੰਥ ਦੇ ਵਿੱਚ ਜੋ ਲਿਖਿਆ ਜਾਣਾ ਉਹਦਾ ਕੇਂਦਰ ਬਿੰਦੂ ਇੱਕ ਹੀ ਹੋਏਗਾ। ਉਹ ਕੀ ਹੈ ਕੇਂਦਰ ਬਿੰਦੂ? ਇਸ ਨੂੰ ਦਰਜ ਕਰ ਲੱਗਿਆ ਕਿ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵ ਡੇਵਰ ਨਾ ਕੋਈ। ਸਤਿਗੁਰੂ ਮਹਾਰਾਜ ਕਹਿੰਦੇ ਦਾ ਕੇਂਦਰ ਬਿੰਦੂ ਇੱਕੋ ਹੀ ਹੋਏਗਾ ਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਪ੍ਰਮਾਤਮਾ ਦੀ ਰੱਬੀ ਬਾਣੀ, ਇਹਦੇ ਵਿੱਚ ਨਾ ਤੇ ਕਿਸੇ ਮਨੁੱਖ ਦੀ ਖੁਸ਼ਾਮਦ ਹੈ। ਤੁਸੀਂ ਇਹ ਗੱਲ ਹੋਰ ਵੇਖਿਓ, ਗੁਰੂ ਗ੍ਰੰਥ ਸਾਹਿਬ ਪੂਰੇ ਦੇ ਵਿੱਚੋਂ ਤੁਹਾਨੂੰ ਕਿਸੇ ਗੁਰੂ ਸਾਹਿਬਾਨ ਦਾ ਇਤਿਹਾਸ ਨਹੀਂ ਮਿਲੇਗਾ, ਕੋਈ ਨਹੀਂ ਮਿਲੇਗਾ। ਗੁਰੂ ਨਾਨਕ ਸਾਹਿਬ ਦਾ ਜਨਮ ਕਦੋਂ ਹੋਇਆ, ਕਿੱਥੇ ਵਿਚਰੇ, ਕਿਵੇਂ, ਕਿਸੇ ਗੁਰੂ ਸਾਹਿਬਾਨ ਦਾ ਕੋਈ ਸਾਧ ਸੰਗਤ ਜੀ ਜੀਵਨ ਨਹੀਂ। ਹਾਂ, ਸਿਰਫ ਇੰਨਾ ਹਵਾਲਾ ਜ਼ਰੂਰ ਮਾਤਾ ਖੀਵੀ ਜੀ ਦਾ ਇੱਕ ਪੰਕਤੀ ਵਿੱਚ ਆਇਆ ਕਿ ਬਲਵਾਨ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾ ਨਹੀਂ। ਉਹ ਸਿਰਫ ਇੱਕ ਜ਼ਿਕਰ ਆਇਆ ਹੈ ਪਰਿਵਾਰ ਦਾ, ਜਾਂ ਕਿ ਇਸ ਕਰਕੇ ਕਿ ਉਹਨਾਂ ਨੇ ਇਸ ਲੰਗਰ ਦੇ ਵਿੱਚ ਜਿਹੜੀ ਸੇਵਾ ਨਿਭਾਈ ਉਹ ਜ਼ਿਕਰ ਆਇਆ। ਜਦੋਂ 4 ਭਗਤ ਆਏ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਸਾਡੀ ਬਾਣੀ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜੇ ਗੁਰਮਤਿ ਦੀ ਕਸਵੱਟੀ ਤੇ ਪੂਰੀ ਉਤਰੇਗੀ ਤੇ ਜ਼ਰੂਰ ਦਰਜ ਕੀਤੀ ਜਾਏਗੀ। ਮਹਾਰਾਜ ਕਹਿੰਦੇ ਤੁਸੀਂ ਸੁਣਾਓ ਆਪਣਾ ਕੋਈ ਨਾ ਕੋਈ ਸ਼ਬਦ ਜਿਹੜਾ ਅਸੀਂ ਦੇਖੀਏ ਵੀ ਉਹ ਕਸਵੱਟੀ ਤੇ ਪੂਰਾ ਉਤਰਦਾ ਹੈ। ਕਾਨੇ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਤੂੰ ਸੁਣਾ ਕੀ ਲਿਖ ਕੇ ਲਿਆਇਆ? ਉਹਨੇ ਕਿਹਾ, ਕਾਨਾ ਸੁਣਾਉਂਦਾ ਕਹਿ ਲੱਗਾ, ਮੈਂ ਉਹੀ ਰੇ ਜਾਂ ਕੋ ਵੇਦ ਪੁਰਾਣਾ ਖੋਜੇ ਭੇਦ ਨਾ ਜਾਣੋ ਕੋਈ ਰੇ। ਮੈਂ ਉਹ ਆ ਜਿਹਨੂੰ ਵੇਦ ਪੁਰਾਣ ਵੀ ਨਹੀਂ ਖੋਜ ਸਕੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੇਰੀ ਪਹਿਲੀ ਤੁਕ, ਪਹਿਲੀ ਪੰਕਤੀ, ਪਹਿਲੇ ਸ਼ਬਦ ਹੰਕਾਰ ਨਾਲ ਭਰੇ ਪਏ ਨੇ, ਪਰ ਜਿਸ ਵਿੱਚ ਅਸੀਂ ਦਰਜ ਕਰਨੇ ਆ ਉਹਦੇ ਵਿੱਚ ਅਸੀਂ ਲਿਖਣਾ ਹੈ ਕਿ ਹਰ ਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਇਹ ਗੱਲ ਪਰਮਾਤਮਾ ਨੂੰ ਨਹੀਂ ਪਾਉਂਦੀ। ਸਤਿਗੁਰੂ ਮਹਾਰਾਜ ਨੇ ਕਿਹਾ ਤੇਰੀ ਪਹਿਲੀ ਤੁਕ ਹੀ ਢੁਕੀ, ਬਾਕੀ ਦਾ ਵੇਖਣ ਦੀ ਲੋੜ ਕੋਈ ਨਹੀਂ। ਤੁਸੀਂ ਸਿਆਣੇ ਬੈਠੇ ਹੋ, ਆਪ ਜੀ ਨੂੰ ਪਤਾ। ਅਸੀਂ ਇੱਕ ਗੱਲ ਕਹਿੰਦੇ, ਅਸੀਂ ਕਹਿੰਦੇ ਦਾਲ ਦੇ ਵਿੱਚ ਇੱਕ ਕੋੜਕੂ ਤੋਂ ਹੀ ਪਤਾ ਲੱਗ ਜਾਂਦਾ ਹੈ, ਜਾਂ ਆਪਾਂ ਕਹਿੰਦੇ ਵੀ ਜਦੋਂ ਦਾਲ ਇੱਕ ਕੋੜਕੂ ਤੋਂ ਸਾਰੀ ਗੱਲ ਸਮਝ ਲੱਗ ਜਾਂਦੀ ਹੈ ਵੀ ਕੀ ਬਣਿਆ। ਭਾਵ ਕਿ ਜਿਹਨੇ ਪਹਿਚਾਨਣਾ ਜਾਣਨਾ ਉਹ ਇੱਕ ਗੱਲ ਤੋਂ ਹੀ ਸਮਝ ਲੈਂਦਾ ਵੀ ਅੱਗੇ ਕੀ ਹੋਏਗਾ। ਗੁਰੂ ਸਾਹਿਬ ਕਹਿੰਦੇ ਪਹਿਲਾ ਹੀ ਸ਼ਬਦ ਹੰਕਾਰ ਦਾ ਭਰਿਆ, ਬਾਕੀ ਦੇ ਕੀ ਹੋਣਗੇ। ਮੇਰੇ ਸਰ ਦੂਸਰੀ ਵਾਰ ਕਹਿੰਦੇ ਨੇ ਛੱਜੂ ਨੂੰ ਕਹਿੰਦੇ ਤੂੰ ਕੁਝ ਜਿਹੜਾ ਲੈ ਕੇ ਰਿਹਾ ਕੀ ਹੈ ਤੇਰੇ ਕੋਲੇ। ਉਸ ਦਾ ਸ਼ਬਦ ਇਹ ਸੀ ਕਾਗਦ ਸੰਧੀ ਪੂਤਰੀ ਤਉ ਨਾ ਤ੍ਰਿਆ ਨਿਹਾਰ। ਇਹਦਾ ਅਰਥ ਇਹ ਬਣਦਾ ਹੈ ਕਾਗਦ ਮੈਨੇ ਕਾਗਜ਼, ਸੰਧੀ ਮੈਨੇ ਬਣਾਈ, ਪੂਤਰੀ ਮੈਨੇ ਪੁਤਲੀ ਤੇ ਕਹਿਣਗੇ ਇਸਤਰੀ ਦੀ। ਕਾਗਜ਼ ਸੰਧੀ ਪੂਤਰੀ ਤਉ ਨਾ ਤ੍ਰਿਆ ਮੈਨੇ ਇਸਤਰੀ। ਕਹਿਣ ਲੱਗੇ ਕਾਗਜ਼ਾਂ ਦੀ ਬਣਾਈ ਹੋਈ ਔਰਤ ਵੀ ਜਿਹੜੀ ਹੈ ਉਹਦੇ ਬੰਦਾ ਮੱਥੇ ਨਾ ਲੱਗੇ, ਕਿਉਂਕਿ ਵਕਾਰ ਪੈਦਾ ਹੁੰਦੇ ਆ। ਗੁਰੂ ਸਾਹਿਬ ਕਹਿੰਦੇ ਜਿਸ ਗ੍ਰੰਥ ਵਿੱਚ ਇਹ ਪੰਕਤੀ ਲਿਖਣੀ ਹੈ ਉਹਦੇ ਵਿੱਚ ਤਾਂ ਇਹ ਲਿਖਿਆ ਹੈ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ, ਜਾਂ ਧਨ ਜਨਿੰਦੀ ਮਾਂ ਆਏ ਸਬਲ ਸੇ। ਇਸ ਕਰਕੇ ਗੱਲ ਮੇਰ ਨਹੀਂ ਖਾਏਗੀ। ਸਤਿਗੁਰੂ ਮਹਾਰਾਜ ਜੀ ਪੀਲੂ ਨੂੰ ਕਹਿੰਦੇ ਵੀ ਤੂੰ ਕੀ ਲਿਆਇਆ ਹੈ, ਤੇ ਗੁਰੂ ਅਰਜਨ ਦੇਵ ਜੀ ਨੂੰ ਉਹ ਪੀਲੂ ਆਪਣੀ ਤੁਕ ਸੁਣਾਉਂਦਾ, ਪੰਕਤੀ ਸੁਣਾਉਂਦਾ, ਕਹਿ ਲੱਗਾ ਸਾਡੇ ਨਾਲ ਉਹ ਚੰਗੇ ਜੋ ਜਿਉਂਦਿਆਂ ਮਰ ਗਏ, ਚਿੱਕੜ ਪੈੜ ਨਾ ਬੋੜਿਓ ਨਾ ਅਲੂਦ ਪਏ। ਇਹਦਾ ਅਰਥ ਇਹ ਸੀ ਸਾਡੇ ਨਾਲ ਉਹ ਚੰਗੇ ਜਿਹੜੇ ਜੰਮਦੇ ਮਰ ਗਏ, ਸੰਸਾਰ ਰੂਪੀ ਚਿੱਕੜ ਵਿੱਚ ਨਹੀਂ ਆਏ। ਗੁਰੂ ਅਰਜਨ ਦੇਵ ਜੀ ਕਹਿੰਦੇ ਕਿਵੇਂ ਪੰਕਤੀ ਲਿਖ ਦਈਏ, ਕਿਉਂਕਿ ਇੱਥੇ ਤਾਂ ਭਈ ਪ੍ਰਾਪਤ ਮਾਨੁਖ ਦੇ ਉਰੀਆ ਗੋਬਿੰਦ ਮਿਲਣ ਕੀ। ਇਹ ਤੇਰੀ ਬਰੀਆ, ਇਹ ਤਾਂ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰ ਨੂੰ ਤਾਂ ਦੁਰਲਭ ਕਿਹਾ ਹੈ। ਤੂੰ ਕਹਿਣਾ ਕਿ ਉਹ ਚੰਗੇ ਜਿਹੜੇ ਜੰਮਦਿਆਂ ਮਰ ਗਏ, ਸੰਸਾਰ ਚਿੱਕੜ ਹੈ, ਇਹਦੇ ਵਿੱਚ ਬੰਦਾ ਡੁੱਬ ਨਾ ਜਾਏ। ਸਤਿਗੁਰੂ ਕਹਿੰਦੇ ਸ਼ਾਹ ਹੁਸੈਨ ਨੂੰ ਤੂੰ ਵੀ ਕੁਝ ਲਿਆਇਆ ਤੇ ਤੂੰ ਵੀ ਸੁਣਾ ਲੈ, ਬਾਕੀ ਤਿੰਨਾਂ ਨੇ ਜੋ ਸੁਣਾਇਆ ਉਹ ਤਾਂ ਵੇਖ ਹੀ ਲਿਆ ਹੈ। ਸ਼ਾਹ ਹੁਸੈਨ ਨੇ ਸੋਚਿਆ ਵੀ ਤਿੰਨਾਂ ਨੇ ਸੁਣਾਇਆ ਤੇ ਪੱਲੇ ਤਾਂ ਕੁਝ ਪਿਆ ਨਹੀਂ। ਸ਼ਾਹ ਹੁਸੈਨ ਨੇ ਕਿਹਾ ਚੁੱਪ ਵੇੜਿਆ, ਬੋਲਣ ਦੀ ਨਹੀਂ ਚਾਹ ਵੇੜਿਆ। ਉਹ ਕਹਿ ਲੱਗਾ ਜੀ ਮੈਂ ਤਾਂ ਇਹ ਲਿਖ ਕੇ ਆਇਆ। ਗੁਰੂ ਸਾਹਿਬ ਕਹਿੰਦੇ ਵੀ ਪੰਕਤੀ ਨਹੀਂ ਵਿੱਚ ਦਰਜ ਹੋ ਸਕਦੀ, ਕਿਉਂਕਿ
जब लग दुनिया रही है नानक किश सुनिए किश कहिए कि कुछ कहना पएगा कुछ सुनना पएगा। मेरा कहण तो भाव चार भगतां दी बाणी दर्ज नहीं हुई। कान्हे दे संबंध चंदू दे नाल रिश्तेदारी दे ने, वो रिश्तेदार है चंदू दा। जदों साध संगत जी नूं पता लग्या भी तुहाडी बाणी दर्ज नहीं होनी, इन्हां विचों जदों वापस आउण लगे ते कान्हा जिहड़ा सी वो साध संगत जी चंदू दे नाल मिलिया। उन्हें चंदू नूं कहा कि इस तरह असीं बाणी लैके गए सी, गुरु अर्जन साहब ने साडी बाणी दर्ज नहीं कीती। एक तां इह कड़ी बनदी है नाल गुरु अर्जन देव की शहादत के नाल। हुण साध संगत की संपादना पूरी हो जाती है। कान्हे बारे भी कहा जाता कि बोल कबोल भी सतगुरु नूं बोलिया सी, बाकियां ने तां बोल कबोल नहीं बोले, पर वो बोलिया सो ये सी भी चंदू नाल मेरी रिश्तेदारी है, चंदू की गां बादशाह नाल रिश्तेदारी है। तां तुहानूं पता है जो बंदे की उपर तक पहुँच होंदी है फिर बंदा आकड़दा तां दे थोड़ा बादा भी मेरी फलानेता ने गल चंगी। गुरु अर्जन देव महाराज ने संपादना करन दी गुरु ग्रंथ साहिब महाराज जी की बाबा बुढ़ा साहब ने पहला हुक्मनामा लिया कि संतां के कारज आप खलोया हर काम करावणे आया। राम तरत सुहावी ताल सुहावे अमृत जल छाया। राम साध संगत जी पहला प्रकाश हो जाता। हुण देखियो जी 1604 विच प्रकाश होंदा है तो 1606 विच गुरु अर्जन देव महाराज की शहादत हो जाती है। हुण जिस वेले साध संगत जी कारज गुरु ग्रंथ साहिब महाराज का भी संपूर्ण हो गया, इधर बाबा पिरथी चंद जी। हुण देखियो भी किहड़े किहड़े लोग ने। असी केवल ये सुनिया ते सुनाया है कि गुरु अर्जन देव जी की शहादत का केवल कारण हुण तक ये सुनते आए हैं, जो सुनाते आए हैं भी चंदू की लड़की का रिश्ता नहीं लिया। एक गल तो ये असीं बड़ी प्रचलित करते, दूजा बाबा पिरथी चंद वाली दोवां नूं पात्र बनाया, बाकी असीं सारे छड्ड दित्ते। इन्हां नूं आपां पासे नहीं करांगे, जरूर नाम रखांगे। बाबा पिरथी चंद जी ने साध संगत जी गुरु अर्जन देव जी की विरोधता बेहद ज़्यादा की है, कोई शक वाली गल नहीं। तुसीं इत्थों हिसाब ला लो, गुरु हरगोबिंद महाराज जी के जन्म होने ते प्रकाश होने सका ताया है बाबा पिरथी चंद, सका ताया। गुरु अर्जन देव के घर दे विच पुत्र पैदा होंदा, सारे जाने साध संगत जी बधाइयां दिंदे है, पर सका ताया जिहड़ा है वो साध संगत जी मारन दीयां स्कीमां लाउंदा है। सके ताए ने स्कीमां लाइयां मारन दीयां, किहड़ी किहड़ी स्कीम लाई, कदी खड़ावे नूं ते साध संगत जी कदी दाई दे राही जां इस तरह साध संगत जी सपेरे दे राही। गुरु हरगोबिंद महाराज ने 3 हमले करवाए ने बाबा पिरथी चंद ने। इत्थों तुसीं हिसाब ला लो भी किन्नी को दे अंदर ईरखा सी अपने भरा प्रति जां अपने भतीजे के प्रति, कि छोटे बच्चे नूं मारन दा किन्ना उतावला सी। खैर गुरु हरगोबिंद महाराज जी तंदुरुस्त रहे। हुण गुरु हरगोबिंद महाराज गुरु अर्जन देव जी के कोलों गुरता गद्दी हासिल कर लई बाबा पिरथी चंद जी बड़े हथ कंडे वरतदा है। उन्हें साध संगत जी यतन किया कि मैं किसी तरीके नाल राज दरबारे जाके भी पहुँच करा। उन्होंने चंदू के नाल भी बाबा पिरथी चंद ने साध संगत जी अपना संबंध जोड़िया है, चंदू नूं मिलिया, चंदू के राही अगे गल चलनी सी। तो जो तुहानूं पता कि गुरु हरगोबिंद सच्चे पातशाह महाराज जी के वास्ते रिश्ता जिहड़ा आया सी चंदू की बेटी का, उसका इनकार गुरु अर्जन देव जी ने नहीं कीता सी। ये भी गल समझण वाली है। सतगुरां ने कहा सी प्रवान है रिश्ता सानूं। हुण वेखियो गल समझियो, गुरु अर्जन देव जी कहते रिश्ता प्रवान है, पर जिहदा रिश्ता जितों लैके आओ पहला उहदे तो भी पुछ लो ना भी हाँ उधरों भी है कि नहीं है। जदों जाके चंदू नूं दस्सिया, वो कह लगा की कर आए हो, एक चवारे की एक मोरी नूं ला आए हो। इहदा मतलब ये सी कि अपने आप नूं चवारा समझदा ते गुरु घर नूं मोरी समझदा। अगले ने होर भी शब्द वरते, कह लगा तुसीं जिहड़े लोकां दी भेटां दे उत्ते लोकां दी कमाई ते पलण वाले है, भेड़ा लोगों के पैसा होता, लोगों की भेटा से आने वाले पालन वाले उस घर के रिश्ता करके। खैर बोल कबोल बहुत उन्हें किए। दिल्ली की संगत ने गुरु अर्जन देव महाराज जी तक सारी गल पहुँचाई कि महाराज चंदू की लड़की का रिश्ता ना लिया जाए, क्योंकि इस हंकारी ने गुरु घर प्रति आ शब्द वरते हैं। हुण देखो ना जी की संगत का फैसला गुरु अर्जन देव जी मानते पे, कह लगे ठीक है गुरु अर्जन देव वालों ना कोई नहीं, चंदू की लड़की का रिश्ता ना लेना संगत का फैसला सी, क्योंकि चंदू ने हंकार में शब्द बोले। एक तो हम चंदू नूं अपना वो भी गुस्सा सी बाबा पिरथी चंद ने राही, वो ये चाहता सी भी घर दे विच फुट तां पई हुई है, मैं उसका लाभ लै लवां। हुण साध संगत जी बाबा पिरथी चंद ने पहला हमला गुरु अर्जन देव जी ते किहड़ा करवाया, उसी सुली खान नूं गुरु अर्जन देव महाराज जी के उपर चढ़ा के लेना है। इत्थों गल शुरू होंदी है गुरु अर्जन देव महाराज जी की शहादत की कि किवें किवें हुण हमले शुरू होण लगे ने। पहला हमला बाबा पिरथी चंद ने करवाया कि सुली खान नूं चढ़ा के लैके आया। सुली खान जिहड़ा सी साध संगत जी पहुंचिया नहीं। ये गुरु ग्रंथ साहिब विचों कुछ हवाले मिलते हैं। साहब ने कहा कि सिखां ने विचार की जे सुली खान चढ़ के आया तो असीं अगों की करना चाहिए। मेरे साहब ने कहा प्रथम मैं मता के पत्री चलाऊं, द्वितीय मता दोय मानुख पहचाऊं,
तृतीय मता कछ करो उपाया, मैं सब के छोड़ प्रभ तू ही ध्याया। हे परमात्मा वाहिगुरु, मैं तो सब कुछ छड़ के तैनू ध्याया, ना को चिट्ठी पत्र लिख रहा, ना को आदमी भेज रहा, ना को अपने अगों यतन कर रहे हैं। तो साध संगत जी सुलीखा जो आ रहा, बाबा प्रीति चंद जी अपने हेर सौरा पिंड लै गए, उत्थे अपने भट्ठे अपने आवे विखाउण लई जो सुली खां नूं खड़िया। तो साध संगत जी सुली खां भट्ठे के उपर जदों उस घोड़े के सवेद वेख रहा तो उस तपी हुई जगह पर घोड़े के पैर पे उस आवे दे विच सुली खां समेत घोड़े मर गया। जदों गुरु अर्जन देव महाराज ने इस गल का पता लग्या, ये भी गुरु ग्रंथ साहिब विचों शब्द मिलता है। सतगुरु महाराज ने कहा, सुली ते नारायण राख, सुली का हाथ कहीं ना पहुंचे, सुली होए मुआ ना पाक। ना पाक का मतलब इस्लाम धर्म दे विच अग नहीं सड़ जाना, ना पाक है जिहड़ा पाक नहीं। गुरु अर्जन देव महाराज ने पता लग्या, ये सी पहला हमला। हुण दूसरा हमला सुली खां तो बाद दा भतीजा आया सुलभी खां चढ़ के गुरु अर्जन देव महाराज ने, पर रस्ते में अपनी एक सिपाही के कोलों ओदी मौत हो गई। गुरु अर्जन देव महाराज जी तक वो भी ना पहुंच सकिया। ये दूसरा हमला सी गुरु अर्जन देव महाराज उत्ते। हुण साध संगत जी थोड़ा जिहा इस पक्ष में विचारिए, होर किहड़े-किहड़े लोग सन। मैं जिहड़ा संखेप जिहा जिक्र करदा जा रहा। उस वेले साध संगत जी हिंदुस्तान के अंदर कई मत चलते सन। उन्हां मतां दे विच की सी, एक साध संगत जी नवां मत शुरू होया सी अकबर के अखीरले टाइम के उत्ते। वो सी कि सखी सरवरियां का, नक्शबंदियां का एक मत शुरू होया सी। ये नक्शबंदियां की लहर नूं चलाउण वाला तुरान के इलाके दे विचों साध संगत जी एक व्यक्ति आउंदा है, ਉਹਦਾ नाम है मुहम्मद बाकी बिल्ला, ख्वाजा मुहम्मद बाकी बिल्ला। ये कुरान तो चल के ਉਹਦਾ नक्शबंदी लहर का मोढे ने बनिया। ये जो हिंदुस्तान की धरती ते आउण लगा, इन्हें हिंदुस्तान के ਵੱਖ-ਵੱਖ जिहड़े धार्मिक स्थान सन उन्हां ते ਉਹ कह लो कि हज करदिया होया इस्लामी जिहड़े मत के स्थान से उत्ते हज करदिया इहनूं मिलिया शेख अमकंगी। ये कड़ी किवें जुड़दी है सारी, केवल दो बंदे ही ना पात्र बनाइए, चंदू नूं ते जां सी पिरथी चंद नूं। इस कड़ी दे नाल वेखो किन्ने लोग जुड़ रहे हैं। साध संगत जी मुहम्मद बाकी बिल्ला मुहम्मद अमकंगी नूं मिलिया बुखारे विखे। उन्हें नाल गलबात होने तो बाद उन्हें कहा, इस्लाम का बोलबाला हिंदुस्तान के अंदर होना चाहिए है, ये वास्ते कोई यतन करिए। वो कहने लगा, तुसीं हिंदुस्तान विच पंजाब की धरती ते नूं लैके आया साध संगत जी। उदों असीं पंजाब शब्द तां वरते, पंजाब तां पंज आप तो बड़े, उदों हिंदुस्तान ही सारे वास्ते शब्द वरत्या जाता सी। जदों इस हिंदुस्तान की धरती ते शेख अमकंगी ख्वाजा अमकंगी मुहम्मद बाकी बिल्ला नूं लैके आया, इन्हां नूं साध संगत जी इन्हां ही दिनां दे विच शेख अहमद सरहंदी मिलदा। एक गल ध्यान च रखियो, शेख अहमद सरहंदी जिहड़ा है ਇਹਦਾ जन्म भी लगभग गुरु अर्जन देव जी के मार, क्योंकि गुरु अर्जन देव का 1563 का, ਇਹਦਾ 1561 का है। गुरु महाराज के समकाली ही बनता है भी। तो साध संगत जी भर जोबन जवानी अंदर मन्निया जाता कि शेख अहमद सरहंदी जिहड़ा है ये अंदर इस गल की तो वो मानते हैं कि काबलियत बहुत ज़्यादा सी। जिथे जाके एक बार बोल लेंदा सी, लोगों को की लेंदा सी, अपने धर्म में लियाउण दे लोगों उत्ते इन्ना प्रभाव पा लेंदा सी। जंग सी जो पता लग्या साध संगत जी इस गल का, मुहम्मद बाकी बिल्ला ने सुनिया, बड़ा प्रभावित होया। उन्हें कहा, तेरे वर्गे बंदे जिहड़े है जे इस्लाम दे विच आ जाण, इस्लाम ही तो है इस पहला, पर जे असीं इस नूं अगे वधाउण दे लई तत्पर हो जाइए, कोई असीं इह कह लो कि प्रचार केंद्र बना दईए, तेरे वर्गा बंदा मुखी होवे ते इस्लाम का बोलबाला बड़ी छेती हो सकदा। उन्हें सरहंद का प्रचारक जिहड़ा सी प्रचारक थाम दिता शेख अहमद सरहंदी नूं। ये इन्ना कट्टड़ आदमी है, ये कहता कि जे इस्लाम का बोलबाला करना तो वो राजनीतिक होना तो जरूरी है। जे बादशाह नाल जुड़ के इस काम के वाधा करे तो इस्लाम का वाधा बड़ा हो सकता है। एक मैं बेनती होर कर दिया, 14 अखाड़े उस वेले हिंदुस्तान के अंदर चल रहे सन, मत चलते सन, जिन्होंने दो बड़े अहम सन। एक सी साध संगत जी सुरावर्दी, दूसरा सी चिश्ती। जिहड़े चिश्ती लोग सन उस कहते सिलसिला, ये सिलसिले शब्द भी वरते थे, अखाड़े वरते थे। ये दो जिहड़े मत सन, इन्हां विच जिहड़ा साध संगत जी चिश्ती सिलसिला है, अखाड़ा कह लो, ਉਹਦੇ ਨਾਲ ਸੰਬੰਧਿਤ ਕਹਿ ਸਕਦੇ ਬਾਬਾ ਫਰੀਦ ਸਾਹਿਬ ਵਰਗੇ, ਉਹਦੇ ਨਾਲ ਸੰਬੰਧਿਤ ਕਹਿ ਸਕਦੇ ਅਸੀਂ ਕਿ ਜਿਵੇਂ ਪੀਰ ਬੁੱਧੂ ਸ਼ਾਹ ਵਰਗੇ, ਭਾਵ ਜਿਹੜੇ ਗੁਰੂ ਘਰ ਦੇ ਨਾਲ ਨੇੜ ਰੱਖਣ ਵਾਲੇ, ਜਿਨ੍ਹਾਂ ਨੂੰ ਇਹ ਪਤਾ ਸੀ ਕਿ ਗੁਰੂ ਨਾਨਕ ਦਾ ਘਰ ਤੇ ਦਰ ਕੀ, ਇੱਕ ਉਹ ਲੋਕ ਸੀ ਜਿਹੜੇ ਇਸ ਮਤ ਦੇ ਨਾਲ, ਜਿਨ੍ਹਾਂ ਦੀ ਗੁਰੂ ਘਰ ਨਾਲ ਸਾਂਝ ਬਣੀ ਹੁੰਦੀ ਹੈ। ਜਿਹੜਾ ਸੁਰਾਵਰਦੀ ਮਤ ਹੈ ਨਾ ਸਾਧ ਸੰਗਤ ਸਿਲਸਿਲਾ, ਉਹ ਕੱਟੜਵਾਦੀ ਲੋਕ ਨੇ ਜਿਹਦੇ ਵਿੱਚ ਗੁਰੂ ਘਰ ਦੇ ਨਾਲ ਜਿਨ੍ਹਾਂ ਨੇ ਟੱਕਰ ਲਈ ਹੈ, ਇਸ ਕਰਕੇ ਦੋ ਮਤ ਤੁਰੇ ਹੁੰਦੇ ਸਨ। ਹੁਣ ਮਨਸੂਰ ਵੀ ਹੈ ਤਾਂ ਮੁਸਲਮਾਨ ਹੀ ਹੈ, पर मंसूर चिश्ती सिलसिले का पैरोकार है। बाबा फरीद साहब वाला जिहड़ा सिलसिला है,
ਇਹ कह लो कि जिहड़ा वो मत है, एक वो लोग सी जिहड़े कहिंदे सी कि शरह का होना बड़ा जरूरी है। एक वो सी कहणगे नहीं ज्ञान की प्राप्ति के लिए शरह की गल नहीं, इत्थे तां परमात्मा की प्राप्ति दे लई अवल अल्लाह नूर पाया कुदरत के सब बंदे, एक नूर ते सब जग उपजा, कौन भले को मंदे वाले मत ते उत्ते चलण वाले सन। संखेप जी बेनती कर लगे हैं साध संगत जी, ये मत भी हिंदुस्तान दे विच आ चुकिया सी। इन्हां ने की कीता, नक्शबंदियां ने जी कोई लहर चलाई, उस लहर दे विच इन्हां ने साध संगत जी सखी सरवरिया का मत जिहड़ा सी वो हिंदुस्तान दे अंदर इन्ना ज़्यादा प्रचलित करता। सखी सरवरिया कौन ने? सखी सरवरी का मतलब ये बनता है वो लोग जिहड़ा अद्धा हिंदू है तो अद्धा मुसलमान है, कुछ कर्म हिंदुओं वाले कुछ मुसलमानों वाले है। ये मत जिहड़ा हिंदुस्तान में फैलिया सी ते माझे की धरती में खास करके ये मत बड़ा जोरां ते सी। माझे की धरती ते साध संगत तरन तारण के नेड़े एक साध संगत जी पखो के रंधावा, उस पखो के पिंड जिहड़ा है ਉਹਦੇ लागे तरन तारण के नेड़े बंडाला पखो के पिंड, इत्थे एक साध संगत जी बहुत बड़ा इन्हां दा डेरा जिहड़ा अज भी शेख फतेह के नाम नाल जाणिया जाता है। एक गल ध्यान में रखियो, शेख फतेह गुरु घर के नाल इन्नी ज़्यादा टक्कर लैंदा कि गुरु अर्जन देव जी नूं शहीद कराउण दे विच बड़ा वड्डा उहदा रोल है। पर खिमा करियो सिख उत्थे जाके खीरा चढ़ाउंदे फिरदे है। बेसमझी असीं कह सकते कि ना समझ होण करके जिहड़ा बंदा गुरु अर्जन देव जी नूं शहीद करा रहा है, असीं उहदी जगह ते जाके खीरा चढ़ाउंदे पए हैं, सुखना सुखदे पए हैं। मैं जी बेनती कर लगी हैं, गुरु अर्जन देव महाराज तरन तारण का केंद्र बनाने का मतलब भी असल में यही सीगा कि इस ते जिहड़ी लागे ये लहर चलती पई है, जिहड़े लोग गुमराह हो रहे हैं उन्होंने सत दे नाल जोड़िया जाए। तो ध्यान च रखियो जे भाई लंगा वर्गे भाई मंझ वर्गे जिहड़े गुरु नानक के घर में आके जुड़ गए सन। 84 पिंडां दा मालक एक बंदा गुरु नानक के घर में आ जाए तो वो 84 पिंडां दा मालक होवे सखी सरवरिया, एडा वड्डा बंदा होवे ते गुरु नानक के घर में आ जाए तो किन्ने लोग नाल आए होणगे। भाई मंझ की सी गल करदे हो चौधरी है, ਉਹਦੇ ਨਾਲ किन्ने लोग आए। ਜਦੋਂ इन्हां लोगों को पता लग्या भी गुरु नानक के घर में जिहड़े लोग ने सिੱਖੀ धारण करते जा रहे हैं, फिर वो सोचते हैं कि जे पंथ इस तरह बढ़ता रहा इस्लाम का बोलबाला हो नहीं सकेगा। शेख अहमद सरहंदी दी स्कीमां ये सी, वो शेख फरीद बुखारी में कुछ चिट्ठियां लिखता है। शेख फरीद बुखारी कौन है? मुर्तजा खां का खिताब इन्हें दिता होया है। तो ये शेख फरीद बुखारी वही है जिसकी निगरानी में गुरु अर्जन देव महाराज को शहीद किया जाना। ध्यान च रखियो जी, शेख फरीद बुखारी जिन्होंने क्या जाता मुर्तजा खां, ये वही बंदा जिन्होंने एक खिताब मिलिया। खैर मैं जी बेनती कर रहा साध संगत जी, शेख अहमद सरहंदी ने शेख फरीद बुखारी के नाल तालमेल जोड़िया है, क्योंकि शेख अमकंगी तो बाकी पिला का श्रद्धालु सी, वह होने करके शेख अहमद सरहंदी का श्रद्धालु होना भी बड़ा जरूरी सी। इन्होंने साध संगत जी देखियो किन्नियां लोगों की एक जुंडली तैयार होने लगी है। बाबा बिरधी चंद ठीक है कि 1605 में चढ़ाई करके गुरु अर्जन देव की शहादत तो 1 साल पहला बाबा बिरधी चंद जी चढ़ाई कर गए सन। इन्हां दे नाल हुण देखो साध संगत जी बीरबल महेश दास उसका नाम है, ये जयपुर का राजा भगवान दास जिहड़ा उसकी बेटी अकबर नूं विआही हुई तो उसदे नाल दाज विच आया होया सी। बड़ा ही कट्टड़ बंदा सी जिहदे कई चुटकले बने हुए ने। एक कट्टड़ ब्राह्मण सीगा, ये भी गुरु नानक के घर दे नाल टक्कर सी इसदी भी। खैर मैं थोड़ी जी बेनती ये कर दियां कि गुरु अर्जन देव महाराज जी के टाइम से जिहड़ा साध संगत जी अकबर बादशाह है, उन्हें गुरु अमरदास ते गुरु रामदास के टाइम से कुछ समा गुरु अर्जन देव का टाइम रहा। अकबर के टाइम से चालां तो बहुत चलाइया गई पर कामयाब क्यों नहीं हुए? क्योंकि अकबर जिहड़ा बादशाह के बारे मन्निया जाता है कि वह सुलह कुल सी, ये उसदे बारे मन्निया जाता। सुलह कुल का मतलब वो सारिਆਂ ਨੂੰ नाल लैके चलने वाला सी, काला पैण वाला नहीं सी। वो ये चाहता सी कि इस्लाम के बोल बाले की गल वखरी है पर राग भाग की गल वखरी, वो दोनों अलग अलग करके तुरता सी। इस करके उसके मन में इस तरह की कोई कट्टरवादता की गल नहीं सी जिहड़ी कि बादशाह जहांगीर दे लिया गई। हुण साध संगत जी अकबर के टाइम से बड़ा कुछ किया गया। मैं थोड़ा तुहाडा ध्यान ले जावां, जो गोविंदवाल विखे साध संगत जी शिकायत पहुंचिया तो गुरु रामदास जी जो गए सन ना अकबर के कोले, ਉਹਦੀ जाके तसल्ली कराई तो आप चल के आया अकबर बादशाह। उन्हें लंगर चो प्रशादा छकिया, उन्हें पता लग गया कि मत वखरा है, इस मत के अंदर धर्म के अंदर तो सरबत के भले की गल है, वो प्रभाव चंगा पिया। हुण अकबर चाहता सी कि मेरे तो बाद जहांगीर का पुत्र ते अकबर का पोतरा खुसरो जिहड़ा है वो राज भाग का वारस बने, क्योंकि खुसरो की ते अकबर की दादे पोते की सलाह एक सी, उसकी सोच उस तरह की सी। वो नहीं चाहता कि बादशाह जहांगीर तख्त पर बैठे, क्योंकि जहांगीर शराबी कबाबी सी। दूसरी गल, ये बंदा एडा घटिया जीवन वाला सी
कि जिहड़ा राज भाग दे लई अपने बाप नूं जहर भी दे दिता सी, उहने बड़ा कुछ नहीं कीता। खैर अकबर चाहुंदा सी भी ये राज भाग खुसरो नूं मिले। दूसरी जिहड़ी मैं जुलरी का जिक्र किया, जिहदे बीरबल है, शेख अहमद सरहंदी है, शेख फरीद बुखारी है, चंदू है, पृथ्वी चंद है, ये सारे लोग ने, कान्हा पीलू छज्जू है, एक पूरी 10 बंदे 15 की जिहड़ी जुलरी है ना, एक वो चाहुंदे सी भी जे तख्त ते खुसरो बह गया तो साडी तां गल विच रह गई, जो असीं चाहुंदे सी तां होना नहीं काम। इस करके सारा जोर लाइए बादशाह जहांगीर तख्त दबाउण दे लई। हुण किहड़ा बंदा जिहनूं तख्त दबाउणा होवे ते वो बंदा तख्त लैण दे लई की कुछ नहीं करेगा। कि अज की असीं देखदे हां हिंदुस्तान के अंदर, पंजाब के अंदर, दुनिया भर के अंदर तुसीं लै लो, जिहड़े कट्टरवादी लोग ने वो की चाहुंदे नहीं भी साडी मत के लोग अगे आउण। हिंदुस्तान के अंदर भी तो यही कुछ होया ना, नारा एक दे के ते अगला राज भाग ले लिया, मुड़ के जो कुछ सिखा ना करता सानूं सब नूं पता। हम कहते हैं कि यूपी के अंदर सिखां नूं उजाड़न के लिए जो कुछ ना जतन किए तो होना है। किन्ना भी सप्पे दुध पियाईए, बाणी तो कहती उन्होंने वै सब दुध पींदा नहीं, पर एक मुहावरा है, वो कदी वास्ते मित्र नहीं बनता, ना ही लोग बने ने ना बनना। मैं सारिਆਂ की गल नहीं करता, कट्टरवाद की गल आ रही है, जिहड़े लोग वो ने जिन्हां की सोच जनूनी है उन्हां की गल चलती पई है। अज भी उस तरह ही हो रहा, उदों भी इस तरह चलता सी। खैर जी बेनती कर लगे, ये सारी जुगली तैयार होकर बादशाह जहांगीर नूं मिलदे, कहंदे जे तैनूं तख्त दवा दईए तो तू की कर सकदा साडे बदले। आ हुण समझौता होण लगा है, गुरु अर्जन देव की शहीदी का मुड़ का कारण बनन लगा है। कह लगे जे तैनूं असीं राज भाग दवा दईए उहदे बदले विच की रहेगा। बादशाह जहांगीर कहंदा जे मैं तख्त ते बैठ जावां तुहाडे सारिਆਂ दी राय नाल, तुहाडिਆਂ दी सारिਆਂ दी मदद दे नाल, जो कुछ मैनूं कहोगे मैं करन दे लई तैयार हो जावां, जो कुछ कहोगे। हुण इसी समझौता हो जाना, तुसीं हैरान हो जाओगे। साध संगत जी उन्होंने दिनों में बाहरलिया मुल्कों में ईसाई भी पहुँच चुके सन। एक पादरी की साध संगत जी जहांगीर के नाल मुलाकात होती है। ये जोड़े उस वेले के विद्वान ने, कुछ अंग्रेजी लिखण वाले, कुछ जोड़े साध संगत होर भाषावां में लिखण वाले, उन्होंने मैं जो हवाले जो मैं सुना रहा ना, एक मैं गल क्लीयर कर दिया, तुसीं जे देखना हो तो 2 किताबां बड़ियां अहम ने। एक है साध संगत जी गुरु अर्जन देव की शहादत के बारे, प्रिंसीपल जोध सिंह होना दी। एक सिख मिशनरी कॉलेज की छोटी जी किताब है, 56 को पेज ने, गुरु अर्जन देव जी की शहादत के कारण की ने। ये 2 किताबों में बहुत ज़्यादा जानकारी दी कि मैं वो हवालिया के मुताबिक ये सारी गल तुहानूं सुना रहा। कह लगे कि साध संगत जी पादरी नूं मिले, पादरी के उत्ते इन्ना प्रभाव पै गया, उन्हें कहा जी बादशाह जहांगीर तख्त ते बैठ जाए तो थोड़े दिनों च ईसाई बना लवांगे आप। इन्ना प्रभाव उन्हें पा लिया भी ईसाई मत हो जाना पूरी दुनिया के हिंदुस्तान के अंदर, क्योंकि बादशाह ने इन्ना प्रभाव उन्हें पा लिया। खैर तख्त हासिल करने के लिए बादशाह जहांगीर ने यत्न किया, ये सारे लोगों ने उसकी मदद की, बादशाह तख्त ते बैठ गया। साध संगत जी अकबर की मौत हो जाती है, तो ध्यान रखियो अक्तूबर 1605 के अंदर अकबर की मौत होती है, तो 7 महीने पैंदे सिर्फ गुरु अर्जन देव की शहादत होने के बाद। 7 महीने अक्तूबर च मौत होती है, तो मई च गुरु अर्जन देव महाराज की शहीदी हो जाती है 7 महीनों बाद। हुण देखियो जी, जो अकबर तख्त ते जहांगीर तख्त ते बैठ गया, तख्त ते बैठण तो बाद उन्हें किया भी खुसरो दे, उन्हें पता सी भी खुसरो बगावत करेगा, जो दादा चाहता तख्त मिले, उन्हें आगरे में कैद कर दिता। अप्रैल के महीने में खुसरो तो किसी तरीके का निकल आया, आगरे चो किसी तरीके का निकलिया। अप्रैल महीना 1605 की जिक्र चलता पे। साध संगत जी उतो मई 1606 अप्रैल का महीना 1606 खुसरो निकलिया उतों। तो साध संगत जी ठीक है कि लाहौर पहुंचने के लिए उन्हें जो रूट बनाया, उस रूट के गोइंदवाल, तरन तारण, झबाल इधर के होंगे उन्हें लाहौर पहुंचना सी। उसका पिछा करदिया होया बादशाह जहांगीर भी खुद नाल है, जेड़ा शेख फरीद बुखारी मुर्तजा खान को खिताब दिता गया, वो भी वो कमान की फौज जी दी गई है, वो फौज लैके मगर चलता है। ये काफिला मगर मगर आता है, तो साध संगत जी खुसरो गोइंदवाल भी निकल गया, तरन तारण भी निकल गया, झबाल भी निकल गया, लाहौर पहुंच जाता है। ये मगर ही काफिला दूजा तुरया आता, बादशाह जहांगीर वाला भी, मुर्तजा खान वाला भी, जो शेख फरीद बुखारी वाला, वो भी मगरे मगरे काफिला तुरया आता है। इसका मतलब है कि गुरु अर्जन देव जी को खुसरो रस्ते कितने नहीं मिलया नहीं। ये मन घड़त कहानी बनाई गई कि गोइंदवाल मिलिया, कितने मिलाप नहीं होया। हुण साध संगत जो खुसरो लाहौर पहुंच गया, बादशाह ने उसको काबू कर लिया, क्योंकि जोड़ा शेख फरीद बुखारी से मुर्तजा खान, वो कमांड खुसरो जो किले कैद किया गया।
ਉਹਨੂੰ ਸਾਧ ਸੰਗਤ ਜੀ ਮਾਰਿਆ ਤਾਂ ਭਾਵੇਂ ਨਹੀਂ ਗਿਆ, ਪਰ ਕੈਦ ਕਰ ਲਿਆ ਗਿਆ। ਵੀ 2 ਬੰਦਿਆਂ ਨੂੰ ਸਜ਼ਾ ਦਿੱਤੀ ਗਈ। 2 ਬੰਦੇ ਕਿਹੜੇ? ਜਿਹੜੇ ਉਹਦੇ ਜਰਨੈਲ ਸਨ, ਖੁਸਰੋ ਦੇ ਬਿਲਕੁਲ ਨਿਕਟਵਰਤੀ ਜਰਨੈਲ ਸੀ। ਉਹਦੇ ਵਿੱਚ ਸੀ ਇੱਕ ਹੁਸੈਨ ਬੇਗ, ਇੱਕ ਅਬਦੁਲ ਰਹਿਮਾਨ। ਉਹਨਾਂ 2 ਜਰਨੈਲਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ, ਤੁਸੀਂ ਹੈਰਾਨ ਹੋਵੋਗੇ ਕਿ ਜਿਹੜਾ ਜਾਸਾ ਕਾਨੂੰਨ ਦੀ ਸੀ ਗੱਲ ਕਰਨੀ ਨਾ, ਗੁਰੂ ਅਰਜਨ ਦੇਵ ਦੀ ਸ਼ਹੀਦੀ ਨਾਲ ਸੰਬੰਧਿਤ, ਉਹ ਜਾਸਾ ਕਾਨੂੰਨ ਦਾ ਮਤਲਬ ਇਹ ਸੀ ਕਿ ਖੂਨ ਜਿਹੜਾ ਹੈ ਉਹ ਧਰਤੀ ਉੱਤੇ ਡੁੱਲੇ ਨਾ। ਇਸ ਕਾਨੂੰਨ ਦੇ ਤਹਿਤ ਜਿਹੜੇ ਲਾਅ ਬਣੇ ਹੋਏ ਸਨ, ਕਾਨੂੰਨ ਦੇ ਤਹਿਤ ਜਿਹੜੀਆਂ ਸਜ਼ਾਵਾਂ ਬਣੀਆਂ ਸਨ, ਉਹ ਸਜ਼ਾਵਾਂ ਪਹਿਲਾਂ ਵੀ ਲੋਕਾਂ ਨੂੰ ਮਿਲਦੀਆਂ ਰਹੀਆਂ। ਇਹ 2 ਬੰਦਿਆਂ ਨੂੰ ਸਜ਼ਾ ਕੀ ਮਿਲੀ? ਇੱਕ ਨੂੰ ਗਊ ਦੀ ਖੱਲ ਦੇ ਵਿੱਚ ਤੇ ਇੱਕ ਨੂੰ ਖੋਤੇ ਦੀ ਖੱਲ ਵਿੱਚ। ਇਹ ਜਿਹੜੇ 2 ਜਰਨੈਲ ਸਨ, ਇਹਨਾਂ ਨੂੰ ਦੋਨਾਂ ਨੂੰ ਇਸ ਤਰ੍ਹਾਂ ਖੱਲ ਵਿੱਚ ਜਿਹੜਾ ਸੀ ਉਹ ਸਾਧ ਸੰਗਤ ਜੀ ਮਾਰ ਦਿੱਤਾ ਗਿਆ, ਦੋਨੋਂ ਜਰਨੈਲ। ਠੀਕ ਹੈ ਕਿ ਖੁਸਰੋ ਨੂੰ ਇਸ ਤਰ੍ਹਾਂ ਮਾਰਿਆ ਨਹੀਂ ਗਿਆ, ਖੁਸਰੋ ਨੂੰ ਕੈਦ ਕੀਤਾ ਗਿਆ, ਬਾਅਦ ਵਿੱਚ ਉਹਦੀ ਮੌਤ ਹੁੰਦੀ ਹੈ। ਬਾਦਸ਼ਾਹ ਜਹਾਂਗੀਰ ਨੇ ਕਹਿ ਦਿੱਤਾ, ਕਹਿਣ ਲੱਗਾ ਕਿ ਜਿੰਨੇ ਖੁਸਰੋ ਦੀ ਬਗਾਵਤ ਦੇ ਵਿੱਚ ਮਦਦ ਕੀਤੀ ਹੈ, ਉਹ ਬੰਦਿਆਂ ਨੂੰ ਮੈਂ ਛੱਡਣਾ ਨਹੀਂ। ਹੁਣ ਤੁਸੀਂ ਦੇਖਿਓ ਸਾਧ ਸੰਗਤ ਜੀ, 21 ਦਿਨ ਦਾ ਸਿਰਫ ਬਣਦੇ 21 ਦਿਨ ਬਣਦੇ। 1 ਮਈ ਤੋਂ ਲੈ ਕੇ 1 ਮਈ ਨੂੰ ਇਹ ਸਜ਼ਾਵਾਂ ਮਿਲ ਜਾਂਦੀਆਂ ਨੇ। ਜਿਹੜੇ ਲੋਕਾਂ ਨੇ ਹੋਰ ਸਾਧ ਸੰਗਤ ਜੀ ਮਦਦ ਕੀਤੀ ਸੀ ਖੁਸਰੋ ਦੀ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਬਾਦਸ਼ਾਹ ਜਹਾਂਗੀਰ ਇੰਨਾ ਗੁੱਸੇ ਵਿੱਚ ਸੀ, ਕ੍ਰੋਧ ਵਿੱਚ ਸੀ ਕਿ ਜਿਹੜਾ ਵੀ ਖੁਸਰੋ ਦੇ ਨਾਲ ਉਸ ਵੇਲੇ ਹਮਾਇਤ ਕਰਨ ਵਾਲਾ, ਉਹਨੂੰ ਛੱਡਣਾ ਨਹੀਂ। ਹੁਣ ਇਹਨਾਂ ਕੀ ਕੀਤਾ? ਸ਼ੇਖ ਅਹਿਮਦ ਸਰਹੰਦੀ, ਸ਼ੇਖ ਫਰੀਦ ਬੁਖਾਰੀ, ਇਹ ਸਾਰੇ ਲੋਕ ਜਿਹੜੇ ਸਨ ਨੂੰ ਮੌਕਾ ਮਿਲ ਗਿਆ ਕਿ ਹੁਣ ਇੱਕ ਟਾਈਮ ਹੈ, ਲੋਹਾ ਬੜਾ ਗਰਮ ਹੈ, ਇਸ ਗਰਮ ਲੋਹੇ ਤੇ ਸੱਟ ਮਾਰੀਏ। ਬਾਦਸ਼ਾਹ ਇਸ ਵੇਲੇ ਭੜਕਿਆ ਪਿਆ ਹੈ। ਉਹਨਾਂ ਕਿਹਾ ਜੀ ਬਾਕੀਆਂ ਨੂੰ ਤਾਂ ਸਜ਼ਾਵਾਂ ਤੁਸੀਂ ਦੇ ਦਿੱਤੀਆਂ ਸਾਰਿਆਂ ਨੂੰ, ਪਰ ਤੁਹਾਨੂੰ ਖਿਆਲ ਨਹੀਂ, ਤੁਹਾਨੂੰ ਚੇਤਾ ਨਹੀਂ। ਤੁਸੀਂ ਲਾਹੌਰ ਬੈਠੇ ਹੋ ਤੇ ਤੁਹਾਡੇ ਨੇੜੇ ਹੀ ਜਿਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਖੁਸਰੋ ਦੇ ਮੱਥੇ ਤੇ ਤਿਲਕ ਲਾ ਕੇ ਗੱਦੀ ਦੀ ਅਸ਼ੀਰਵਾਦ ਦਿੱਤੀ ਹੈ, ਉਹਦੇ ਵੇਲੇ ਤੁਹਾਡਾ ਧਿਆਨ ਹੀ ਨਹੀਂ। ਕਿ ਮਨ ਘੜਤ ਕਹਾਣੀ ਹੈ, ਸਚਾਈ ਨਹੀਂ ਇਹਦੇ ਵਿੱਚ ਕੋਈ ਨਹੀਂ। ਕਿਉਂਕਿ ਫਾਇਦਾ ਲੈ ਰਹੇ ਨੇ ਉਹ ਲੋਕ ਵੀ। ਹੁਣ ਬਾਦਸ਼ਾਹ ਭੜਕਿਆ ਪਿਆ, ਫਾਇਦਾ ਲੈ ਲਓ। ਨਾਲੇ ਉਹ ਗੱਲ ਯਾਦ ਕਰਵਾਈ ਵੀ ਜਿਹੜਾ ਅਸੀਂ ਤੈਨੂੰ ਕਿਹਾ ਸੀ ਤਖਤ ਤੇ ਬਿਠਾਉਣ ਤੋਂ ਬਾਅਦ ਕੰਮ, ਉਹ ਆਹੀ ਕੰਮ ਹੈ ਜਿਹੜਾ ਸਿੱਖ ਧਰਮ ਦਾ ਬੋਲਬਾਲਾ ਹੈ ਨਾ, ਇਸਲਾਮ ਦੇ ਵਿੱਚ ਬੜੀ ਵੱਡੀ ਰੁਕਾਵਟ ਹੈ। ਤੇ ਬਾਦਸ਼ਾਹ ਇੰਨਾ ਖੁਸ਼ ਹੋਇਆ, ਕਹਿਣ ਲੱਗਾ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਇਹ ਤਾਂ ਮੇਰੇ ਮਨ ਦੀ ਗੱਲ ਕਰਦੇ ਤੁਸੀਂ। ਹੁਣ ਬਾਦਸ਼ਾਹ ਨੂੰ ਇਸ ਵਿੱਚੋਂ ਅਸੀਂ ਮਨਫੀ ਨਹੀਂ ਕਰ ਸਕਦੇ। ਉਹਨੇ ਕਿਹਾ ਮੇਰੇ ਮਨ ਦੀ ਗੱਲ ਕਰਦੀ। ਕਹਿ ਲਗੇ ਤੁਹਾਡੇ ਮਨ ਦੀ ਗੱਲ ਕਿਵੇਂ? ਉਹ ਆਪਣੀ ਤੁਝਕੇ ਜਹਾਂਗੀਰੀ ਵਿੱਚ ਲਿਖਦਾ, ਕਹਿਣ ਲੱਗਾ ਗੋਇੰਦਵਾਲ ਰਾਵੀ ਦੇ ਕੰਢੇ ਤੇ ਇੱਕ ਅਰਜਨ ਨਾਮ ਦਾ ਹਿੰਦੂ ਬੈਠਾ ਹੈ, ਜਿਹੜਾ ਗੁਰੂ ਬਣਿਆ ਬੈਠਾ ਹੈ। ਉਹ ਭੋਲੇ ਭਾਲੇ ਲੋਕਾਂ ਨੂੰ ਆਪਣੇ ਮਗਰ ਲਾ ਰਿਹਾ ਹੈ। ਬਹੁਤ ਲੋਕ ਉਹਦੇ ਮਗਰ ਲੱਗੇ ਹੋਏ ਨੇ, ਜਿਹਨੂੰ ਗੁਰੂ ਮੰਨੀ ਬੈਠੇ ਹੈ। ਇਹ ਮੁਸਲਮਾਨ ਤੇ ਹਿੰਦੂ ਵੀ ਆਪਣਾ ਗੁਰੂ ਮੰਨੀ ਬੈਠੇ। 4-5 ਪੀੜ੍ਹੀਆਂ ਤੋਂ ਇਹ ਦੁਕਾਨ ਬੜੀ ਗਰਮ ਸੀ। ਮੈਂ ਚਾਹੁੰਦਾ ਸੀ ਕਦੋਂ ਮੇਰਾ ਜ਼ੋਰ ਪਵੇ ਝੂਠ ਦੀ ਦੁਕਾਨ ਬੰਦ ਕਰਾਂ। ਹੁਣ ਤੁਸੀਂ ਦੇਖੋ, ਇੱਕ ਤਾਂ ਸਾਰੇ ਲੋਕ ਇਕੱਠੇ ਹੋਏ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਵਿੱਚ, ਤੇ ਬਾਦਸ਼ਾਹ ਖੁਦ ਕਹਿੰਦਾ ਮੈਂ ਕੰਮ ਕਰਨਾ ਚਾਹੁੰਦਾ, ਤੇ ਬਚਾ ਕੇ ਨਹੀਂ ਹੋ ਸਕਦਾ ਸੀ। ਬਾਦਸ਼ਾਹ ਤਾਂ ਖੁਦ ਕਹਿੰਦਾ ਮੈਂ ਕਰਨਾ ਚਾਹੁੰਦਾ। ਸਾਧ ਸੰਗਤ ਜੀ ਉਸ ਵੇਲੇ ਇਹ ਕਹਾਣੀ ਇੱਕ ਬਣਾ ਕੇ ਝੂਠੀ ਜਿਹੜੀ ਸੀ ਬਾਦਸ਼ਾਹ ਦੇ ਅੱਗੇ ਰੱਖੀ ਗਈ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਤਰ੍ਹਾਂ ਦੀ ਮਦਦ ਕੀਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਾਰੰਟ ਜਾਰੀ ਕੀਤੇ ਗਏ। ਮੁਰਤਜ਼ਾ ਖਾਨ ਨੂੰ ਇਹ ਸਾਧ ਸੰਗਤ ਜੀ ਹੁਕਮ ਕੀਤਾ ਗਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲਾਹੌਰ ਵਿਖੇ ਉਹਨਾਂ ਨੂੰ ਸਾਧ ਸੰਗਤ ਜਾਸਾ ਕਾਨੂੰਨ ਦੇ ਅਧੀਨ ਸ਼ਹੀਦ ਕਰ ਦਿੱਤਾ ਜਾਵੇ। ਅਸੀਂ ਤਾਂ ਸ਼ਹੀਦ ਸ਼ਬਦ ਵਰਤਦੇ ਹਾਂ, ਬਾਦਸ਼ਾਹ ਨੇ ਤਾਂ ਇਹ ਕਿਹਾ ਹੋਏਗਾ ਕਿ ਜਾਸਾ ਕਾਨੂੰਨ ਦੇ ਜਿਹੜਾ ਉਹਦੇ ਕਾਨੂੰਨ ਵਿੱਚ ਉਹਨਾਂ ਨੂੰ ਮਾਰ ਦਿੱਤਾ ਜਾਏ, ਖਤਮ ਕਰ ਦਿੱਤਾ ਜਾਏ। ਗੁਰੂ ਅਰਜਨ ਦੇਵ ਮਹਾਰਾਜ ਨੂੰ ਸਾਧ ਸੰਗਤ ਜੀ ਹੁਣ ਲਾਹੌਰ ਲਿਜਾਇਆ ਗਿਆ। ਜਾਂ ਕਹਿ ਲਓ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਾਰੰਟ ਜਾਰੀ ਹੋਏ, ਸਤਿਗੁਰੂ ਮਹਾਰਾਜ ਜੀ ਲਾਹੌਰ ਚੱਲੇ ਹੈ। ਆਪਣੇ ਨਾਲ ਕੁਝ ਸਿੱਖ ਲੈ ਕੇ ਗਏ, ਜ਼ਿੰਮੇਵਾਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਸੌਂਪ ਦਿੱਤੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਲਾਹੌਰ ਪਹੁੰਚਦੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਇਹ ਠੀਕ ਅਸੀਂ ਮੰਨਦੇ ਹਾਂ ਕਿ ਬਾਦਸ਼ਾਹ ਉਸ ਵੇਲੇ ਮੌਕੇ ਤੇ ਉਸ ਵੇਲੇ ਕੋਲ ਨਹੀਂ ਹੈ, ਪਰ ਬਾਕੀ ਦੇ ਲੋਕ ਕੋਲ ਨੇ। ਮੁਰਤਜ਼ਾ ਖਾਨ ਦੀ ਨਿਗਰਾਨੀ ਵਿੱਚ ਤੇ ਚੰਦੂ ਦੀ ਹਵੇਲੀ ਹੈ, ਜਿੱਥੇ ਸਾਰਾ ਕੁਝ ਹੋਇਆ ਉਹ ਹਵੇਲੀ ਚੰਦੂ ਦੀ ਹੈ। ਸਾਧ ਸੰਗਤ ਜੀ, ਚੰਦੂ ਦੀ, ਮੁਰਤਜ਼ਾ ਖਾਨ ਦੀ, ਸ਼ੇਖ ਅਹਿਮਦ ਸਰਹੰਦੀ ਦੀ ਇਹ ਜਿਹੜੀ ਕੁੰਡਲੀ ਹੈ ਸਾਰੀ, ਇਹਨਾਂ ਦੀ ਨਿਗਰਾਨੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਸਾਧ ਸੰਗਤ, ਚੰਦੂ ਕਹਿੰਦਾ ਮਹਾਰਾਜ ਆਪਣੀ ਲੜਕੀ ਦੇ ਰਿਸ਼ਤੇ ਦੀ ਗੱਲ ਤੋਰਦਾ ਹੈ। ਇਤਿਹਾਸਕਾਰ ਕਹਿੰਦੇ ਵੀ ਗੱਲ ਦੁਬਾਰਾ ਚੱਲੀ ਉੱਥੇ। ਖੈਰ ਬਹੁਤ ਕਿੰਨੀਆਂ ਕੁਝ ਗੱਲਾਂ ਹੋਈਆਂ ਹੋਣਗੀਆਂ। ਕੋਈ 3-4 ਦਿਨ ਦੀ ਹੈ ਸਾਰੀ ਗੱਲ, ਇੱਕ ਦਿਨ ਦਾ ਸ਼ਹੀਦ ਗੁਰੂ ਸਾਹਿਬ ਨੂੰ ਕੀਤਾ ਨਹੀਂ ਹੈ। ਕੁਝ ਵਿਦਵਾਨ 5 ਦਿਨ ਮੰਨਦੇ ਆ, ਕੁਝ 3 ਦਿਨ ਮੰਨਦੇ। ਕਹਿ ਲਓ ਕਿ 3-4 ਦਿਨ ਲੱਗੇ। ਉਹ 3-4 ਦਿਨ ਵਿੱਚ ਕੀ ਗੱਲਾਂ ਹੁੰਦੀਆਂ ਰਹੀਆਂ, ਕੀ ਕੁਝ ਹੋਇਆ, ਉਹਦੇ ਬਾਰੇ ਸਾਨੂੰ ਕੋਈ ਲਿਖਤੀ ਰੂਪ ਤਾਂ ਨਹੀਂ ਮਿਲਦਾ ਵੀ ਕੀ ਗੱਲਾਂ ਬਾਤਾਂ ਹੋਈਆਂ ਹੋਣਗੀਆਂ। ਪਰ ਇੰਨੀ ਗੱਲ ਜ਼ਰੂਰ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਨੂੰ ਇਸਲਾਮ ਵਿੱਚ ਲਿਆਉਣ ਲਈ ਯਤਨ ਪੂਰੇ ਕੀਤੇ
जा रहे सन। गुरु ग्रंथ साहब महाराज जी विच कुछ शब्द जिहड़े हन वो कह लो कि उन्हां भगतां दे जां मुहम्मद साहब के संबंध में दर्ज करन दीयां गल्लां भी चलदियां सन। बहुत कुछ गल्लां होईयां होणगीਆਂ। इहो कह लो गुरु साहब का अटल फैसला सी। शहीद किहनूं कहंदे है? शहादत का मतलब है गवाही। अज भी पंजाब की धरती ते तुसीं जो जाओ ना कचहरियां विच ते उत्थे पुलिस वाले कहंदे अज मेरी शहादत है। शहादत का मतलब अज मेरी गवाही है, मैं गवाही देने वास्ते आया। शहीद कौन होंदा है? जिहड़ा गवाही दे के मुड़ के उस तो पिछे ना हटे। एक बार जिहड़ी गवाही दे दी सच दी, उस गवाही देने तो बाद वो अपना पुरजा ते कटा लवे पर पैर पिछे ना मोड़े, उन्होंने कहते शहीद। ये पहला शब्द गुरु अर्जन देव के नाल जुड़िया, इस तो पहला शब्द किते है नहीं। खैर गुरु अर्जन देव महाराज साध संगत जी पहले दिन देग च बालिया गया। उस तो बाद फिर सतगुरु महाराज जी नूं तत्ती घेर दे उत्ते बिठाया गया, सीस विच भी रेता पाया गया। तत्ती लो साध संगत जी तपा के उहदे उत्ते गुरु अर्जन देव महाराज जी को बिठाया गया, उन्होंने सीस विच रेता पाया गया। किन्ने तसीहे सतगुरु महाराज दिते गए, वो सारे तसीहे झलते हुए गुरु अर्जन देव सच्चे पातशाह महाराज जी 30 मई सन 1606 ईस्वी नूं गुरु अर्जन देव महाराज जी लाहौर की धरती ते साध संगत जी शहादत का जाम पी जाते हैं। जिस वेले गुरु अर्जन देव जी शहीद हो गए, उस वेले शेख अहमद सरहंदी ने उहदियां चिट्ठियां ने, मेरे को समा नहीं, मैं समाप्ति कर लगे हैं कि वो चिट्ठियां विच की लिखदा, मैं सिर्फ एक गल कह लगे हैं। वो कहंदा चिट्ठी लिखदियां होया कहंदा शेख फरीद बुखारी नूं कहंदा रात मैनूं एक बड़ा वधिया सुपना आया। देखो जनूनी लोग जिहड़े ने, कहंदा मैनूं एक बड़ा वधिया सुपना आया। उहदी चिट्ठियां ने किताबां विच सारियां छपियां होईयां ने, जिक्र कीता। वो कहंदा मैनूं सुपना ये आया कि बादशाह जहांगीर ने काफर हिंदू नूं ब्रैकेट च लिखिया गुरु अर्जन देव महाराज जी, भाव गुरु अर्जन देव जी शब्द तां विद्वान लिखिया पर वो काफर लिखदा। काफर नूं भाव गुरु अर्जन देव जी नूं बादशाह जहांगीर ने कुचल दिता है। अज मैनूं इन्नी खुशी हुई है कि हिंदुआं नूं इस वेले बदनामी उन्हां दे पल्ले पई है, इस्लाम का बोलबाला होया है। भावें कि बहाना कोई भी बनाया गया, चिट्ठी विच लिखदा है, कहना गुरु अर्जन देव जी को खत्म करने का बहाना भावें कोई भी होवे, पर साडे वास्ते जित वाली गल है। जित साडी हुई है, हिंदुआं की हार हुई है। इत्थों तुसीं अंदाजा ला सकते हो भी वो कौन लोग जनूनी सन जिहड़े गुरु अर्जन देव जी शहीद कराउण दे विच अपना रोल निभाउंदे सन। खैर गुरु अर्जन देव महाराज जी साध संगत जी शहादत का जाम पी जाते हैं। गुरु अर्जन देव सच्चे पातशाह महाराज जी की शहादत सानूं प्रेरणा दिंदी है कि जो असूल ने, जां इहो कह लो सिख धर्म के अंदर ये गल एक मन के चलीए। बाबा कबीर साहब जी कहते हैं कबीर दीन गवाया दुनी सो, दुनी न चाली साध पाए कुहाड़ा मारिया गाफले। अपने हाथ अपने दीन, अपने धर्म, अपने मजहब विच जो गुरु का सिद्धांत है वो बल्ले कभी पिठ ना होवे। ये गुरु अर्जन देव की शहादत सानूं प्रेरणा देती है कि गुरु के वचनों बल्ले कभी पिठ ना होवे। इस तो बाद एक दौर ऐसा साध संगत शुरू होता है। वो विद्वान एक लिखता है, वो कह लगा कि थोड़े दिनों ही फुल ਉਹਦੀ एक उड़ारी है कि गुरु अर्जन देव की शहादत ने की मुढ़ बनिया। वो कह लगा थोड़े दिनों ने अंदर ही फुल इसदे खिलर जाणगे उस संसार अंदर। कोई चांदनी चौक नूं भाग लासी चढ़ के देश के दर्द प्यार अंदर। मैं कुठू चमकौर दी जू सारी टुटे जदों रुत बहार अंदर। कह लगा अध खिड़े दो तोड़ के टाणियां तो चिण देवेगा कोई दीवार अंदर। खिड़ी रहेगी सदा बहार इसते, लागे खिजान इसते टुकड़ा नहीं। लगी और तेरे सुकड़ा नहीं, क्योंकि खून शहीदां दा मुकड़ा नहीं। गुरु अर्जन देव जी के बारे को विद्वान कहता जिस सीस ते कदे सी चौर झुलदे, गर्म बालू दे कड़छे पवा रिहा सी, बह के देग दे विच खा के देग दे विच उबालियां नूं सतनाम वाहिगुरू गा रिहा सी। सीना जगदा तपदा ठारने नूं तन अपना साड़ खा रिहा सी। वो कह लगा कहना सौखा ते सुनना बहुत सौखा, औखी गल है अमल कमाउण वाली। ये तो मूर्ति उस रब की सी तत्ती तवी ते सुखमणी गाउण वाली। धन गुरु अर्जन देव सच्चे पातशाह महाराज जी जिन्हां दे शहीदी दिहाड़े ते असीं साध संगत जुड़ बैठे हैं। यह मनो कि साडे सारियां ते गुरु साहब ने कृपा की है। असीं गुरु के चरणों च बैठ के सतगुरु महाराज जी का शहीदी दिहाड़ा श्रद्धा भावना नाल मनाया है। ते गुरु अर्जन देव के चरणों च यही अरदास करके दाता कृपा कर, रहमत कर, पूरे संसार के अंदर जगत जलंदा रख लै। अपनी कृपा धार जित दुआरे उभरे दिते रियो उबार। इन्हां को कहते हुए साध संगत जी होइयां बेअंत भुलां दी खिमा। अगे तो सतगुरु समाप्त बख्शिश करन। कोटा अनुकोट शुक्र गुरु ग्रंथ साहब महाराज जी ने रहमत बख्शिश की। आप सारिया संगतां दा बहुत बहुत धन्यवाद है। गुरु घर की समुची
ਮੈਨੇਜਮੈਂਟ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਸਾਰੇ ਉਪਰਾਲਾ ਕੀਤਾ ਹੈ ਤੇ ਗੁਰੂ ਚਰਨਾਂ 'ਚ ਬੈਠ ਕੇ ਸਤਿਗੁਰੂ ਜੀ ਦੀ ਸਿਫਤ ਸਲਾਹ ਸਰਵਣ ਕੀਤੀ। ਸਭ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਬਚੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰਈਆਂ ਸ਼ਬਦ ਗਾਵਣੇ ਆਈਆਂ। ਸ਼ਬਦੋ ਦਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੁ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰ ਹੋ ਕਰੇ ਤੇਰਾ ਪਦ ਸਭ ਸੁਬਾਰਣਾ। ਸਭਨਾ ਗੱਲਾਂ ਸੁਰਤ ਸੁਆਮੀ ਸੋ ਕਿਉ ਮਨੁ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਜੇ ਸਾਹਿਬਾ ਕਿਆ ਨਾਹੀ ਘਰ ਤੇਰਾ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਮਿਟਾਉ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਬਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਬਾਜੇ ਕਲਾ ਜਿਤ ਕਰ ਧਾਰੀਆ। ਪੰਜ ਦੂਤ ਦਿਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਮ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਾਂ ਸੁਖ ਆਤਿਤ ਕਰੇ ਅਨਹਦ ਬਾਜੇ। ਆਨੰਦ ਸਦੋ ਵਡ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਦੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਦੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ